ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦਾ ਸਾਹੋ। ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵਿਸਾਹੋ। ਤੇਰੇ ਕਾਵਨ ਕਾਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਵਰਣਨ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਪਰਮ ਭੁਲਾਣੀਆ, ਦੂਜੈ ਲੱਗਾ ਹੇਤ। ਲੱਖ ਸੀਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨਸੀ, ਤਿਤ ਵੇਲੇ ਕਹਿਸਨ ਪ੍ਰੇਤ। ਪਕੜ ਚਲਾਏ ਅਨਦੂਤ ਜਮ, ਕਿਸੈ ਨ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੇ, ਛਾਹੋ ਹੋਵਾ ਸੇਤ। ਜੇਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਨਾਨਕ ਪ੍ਰਭ ਸਰਨਾਗਤੀ, ਚਾਰਣ ਬੋਹਿਥ ਪ੍ਰਭ ਦੇਤ। ਸੇ ਭਾਦੋਇ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਤ। ਭਾਦੋਇ ਭਰਮ ਭੁਲਾਣੀਆ, ਦੂਜੈ ਲੱਗਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਦੀ ਮਹਾਨ ਕਿਰਪਾ ਹੋਈ। ਕੁਝ ਕੁ ਸਿੰਘਾਂ ਦੀ ਵਿਚਾਰ, ਸੰਗਤਾਂ ਦੀ ਵਿਚਾਰ ਕਿ ਭਾਦਰੋਂ ਦਾ ਮਹੀਨਾ ਆ ਰਿਹਾ ਹੈ। ਭਾਦਰੋਂ ਦੇ ਮਹੀਨੇ ਦੀ ਵਿਚਾਰ ਦੀ ਵੀਡੀਓ ਆਡੀਓ ਬਣਾ ਕੇ ਪਾਓ ਜੀ। ਸੰਗਤਾਂ ਦੇ ਪਿਆਰ ਨੂੰ ਮੁੱਖ ਰੱਖਦੀਆਂ, ਭਾਵੇਂ ਬਹੁਤ ਸਤਿਗੁਰਾਂ ਦੀ ਬਾਣੀ ਦੀ ਵਿਆਖਿਆ ਨੈੱਟ 'ਤੇ ਅੱਜ ਪਈ ਹੋਈ ਹੈ, ਕੋਈ ਇਹਦੇ ਵਿੱਚ ਸ਼ੱਕ ਨਹੀਂ ਹੈਗਾ। ਪਰ ਸੰਗਤਾਂ ਦਾ ਪਿਆਰ, ਸਿੰਘਾਂ ਦਾ ਪਿਆਰ ਉਤਸ਼ਾਹ ਬਖਸ਼ਦੇ ਰਹਿੰਦੇ ਹਨ।
ਭਾਵੇਂ ਉਹ ਬਾਣੀ ਦੀ ਸੰਥਿਆ ਹੈ, ਭਾਵੇਂ ਅੱਖਰੀ ਅਰਥ ਹਨ, ਗੁਰਬਾਣੀ ਦੀ ਵਿਚਾਰ ਹੈ, ਸੰਗਤ ਦਾ, ਸਿੰਘਾਂ ਦਾ ਪਿਆਰ, ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਿੰਘ ਨੈੱਟ ਦੇ ਜ਼ਰੀਏ ਜੁੜੇ ਹੋਏ ਹਨ। ਸਭਨਾਂ ਦਾ ਧੰਨਵਾਦ, ਤੁਸੀਂ ਪਿਆਰ ਬਖਸ਼ਦੇ ਹੋ। ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਭਾਵੇਂ ਕਿ 16 ਤਰੀਕ ਦੀ ਹੈ, ਪਰ ਸਿੰਘਾਂ ਨੇ ਇਹ ਪਹਿਲੀ ਬੇਨਤੀ ਕੀਤੀ ਹੈ ਵੀ ਤੁਸੀਂ ਆਪਣੇ ਮੁਤਾਬਕ ਸਤਿਗੁਰਾਂ ਦੀ ਬਾਣੀ ਦੀ ਵਿਆਖਿਆ ਜ਼ਰੂਰ ਕਰੋ। ਮੈਂ ਸਿੰਘਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਮੇਰੇ ਕੋਲੇ ਕੋਈ ਐਡਾ ਗੁਣ ਤਾਂ ਹੈ ਨਹੀਂ ਵੀ ਜਿਹਦੇ ਦੁਆਰਾ ਮੈਂ ਕੋਈ ਇਸ ਗੱਲ ਦਾ ਸਿਰਾ ਲਾ ਦੇਣਾ ਜਾਂ ਕੋਈ ਵੱਖਰੀ ਵਿਆਖਿਆ ਕਰ ਦੇਣੀ ਹੈ, ਪਰ ਇੰਨਾ ਕੁ ਜ਼ਰੂਰ ਹੈ ਕਿ ਤੁਸੀਂ ਪਿਆਰ ਬਖਸ਼ਦੇ ਹੋ। ਉਹ ਪਿਆਰ ਦੇ ਜ਼ਰੀਏ ਜਿਉਂ ਬੋਲਾ ਤੇ ਵੈ ਸੁਹਾਨਾ, ਜਿਵੇਂ ਮਾਲਕ ਵਾਹਿਗੁਰੂ ਬੁਲਾਉਂਦਾ ਉਹ ਵੀ ਸੋਭਨੀਕ ਲੱਗਦਾ। ਇਸ ਕਰਕੇ ਆਓ, ਮੈਂ ਜ਼ਿਆਦਾ ਸਮਾਂ ਇੱਧਰ ਨਾ ਜਾਂਦਾ ਹੋਇਆ, ਭਾ ਦੋਏ ਭਰਮ ਭੁਲਾਣੀਆ ਦੂਜਾ ਲੱਗਾ ਹੇਤ, ਲੱਖ ਸੀ ਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕਹਿਸਨ ਪ੍ਰੇਤ। ਜਿੱਥੇ ਆਪਾਂ ਵਿਚਾਰ ਕਰਨੀ ਹੈ ਉੱਥੇ ਨਾਲ ਇਹ ਵੀ ਬੇਨਤੀ ਹੈ ਕਿ ਬਿਨਸ ਸੀ, ਬਿਨਸ ਵੱਖਰਾ ਕਰਕੇ ਸੀ ਦੇ ਵਿਚਾਲੇ ਡੈਸ਼ ਲਾ ਕੇ ਪਾਠ ਕਰਨਾ, ਕਿਉਂਕਿ ਪਾਠ ਇਹਦੇ ਵਿੱਚ ਵੀ ਕਈ ਗ੍ਰੰਥੀ ਸਿੰਘ ਸਾਡੇ ਵੀਰ ਬਿਨ ਸਸੀ ਪਾਠ ਕਰ ਜਾਂਦੇ ਨੇ। ਬਿਨ ਸਸੀ, ਬਿਨ ਸਸੀ ਪਾਠ ਨਹੀਂ ਕਰਨਾ, ਬਿਨਸ ਸੀ ਇੱਦਾਂ। ਤਿਤ ਵੇਲਾ ਕਹਿਸਨ ਪ੍ਰੇਤ, ਪਕੜ ਚਲਾਏ ਅਨਦੂਤ ਜਮ ਕਿਸੇ ਨਾ ਦੇਨੀ ਭੇਤ, ਛੱਡ ਖੜੋਤੇ ਖਿਨਾ ਮਾਹੇ ਜਿਨ ਸਿਓ ਲੱਗਾ ਹੇਤ, ਹੱਥ ਮਰੋੜੇ ਹੱਥ ਮਰੋੜੈ ਤਨ ਕਪੇ, ਸਿਆਹ ਹੋਆ ਸੇਤ। ਬਾਕੀ ਪੰਕਤੀਆਂ ਦੀ ਵਿਚਾਰ ਆਪਾਂ ਕਰਾਂਗੇ। ਇੱਕ ਪੰਕਤੀ ਤੇ ਦਾਸ ਰੁਕਣਾ ਚਾਹੁੰਦਾ ਹੈ ਕੁਝ ਮਿੰਟ। ਹੱਥ ਮਰੋੜੈ ਤਨ ਕਪੇ, ਸਿਆਹ ਹੋਆ ਸੇਤ। ਕਹਿੰਦੇ ਹਨ ਜਦੋਂ ਮਨੁੱਖ ਦੁਨੀਆ ਦੇ ਵਿੱਚੋਂ ਜਾਂਦਾ ਹੈ, ਮਰਨ ਵੇਲੇ, ਅੰਤ ਵੇਲੇ ਉਹਦੇ ਕੁਝ ਰੰਗ ਹੁੰਦੇ ਹੈ। ਉਹਦਾ ਸਰੀਰ, ਉਹਦਾ ਚਿਹਰਾ ਕਾਲਾ ਹੋ ਜਾਂਦਾ ਹੈ, ਪੱਕਾ ਸਿਆਹ ਕਾਲਾ, ਤੇ ਸਿਹਤ ਚਿੱਟਾ। ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦਾ ਇੱਕ ਬਚਨ ਹੈ, ਰਿਸ਼ੀਆਂ ਮੁਨੀਆਂ ਸਾਧੂ ਸੰਤਾਂ ਵਿਦਵਾਨਾਂ ਦਾ, ਕਿ ਜਦੋਂ ਮਨੁੱਖ ਅੰਤ ਦੇ ਸਮੇਂ ਜਾਂਦਾ ਹੈ ਉਦੋਂ ਉਹਦਾ ਰੰਗ ਜਿਹੜਾ ਹੈ ਉਹ ਕਾਲਾ ਪੈ ਜਾਂਦਾ ਹੈ। ਮੌਤ ਦਾ ਰੰਗ ਕਾਲਾ ਹੈ। ਤੇ ਜਦੋਂ ਆਤਮਿਕ ਤਲ ਤੇ ਭਗਤੀ ਕਰਦਾ, ਸਿਮਰਨ ਕਰਦਾ, ਸੇਵਾ ਕਰਦਾ, ਉਦੋਂ ਵੀ ਮਨੁੱਖ ਦੇ ਆਤਮਿਕ ਤਲ ਤੇ ਅੱਗੇ ਕਾਲਸੇ ਆਉਂਦੀ ਹੈ। ਕਹਿਣ ਤੋਂ ਭਾਵ ਕਿ ਮਨੁੱਖ ਸਾਰੀ ਜ਼ਿੰਦਗੀ ਸਰੀਰ ਨੂੰ ਪਾਲਦਾ ਰਹਿੰਦਾ, ਪੋਸ਼ਦਾ ਰਹਿੰਦਾ, ਅੰਤ ਦੇ ਸਮੇਂ
ਜਦੋਂ ਚੜ੍ਹਾਈ ਕਰਦਾ ਹੱਥ ਮਰੋੜਾ, ਹੱਥ ਮਰੋੜੇ ਜਾਂਦੇ ਨੇ, ਭਾਵ ਬੜਾ ਦੁਖੀ ਹੁੰਦਾ। ਤਨ ਕਪੇ, ਤਨ ਕੰਬੜੀ ਛਿੜਦੀ ਹੈ, ਤਨ ਦੇ ਵਿੱਚ ਘਬਰਾਹਟ ਆਉਂਦਾ। ਤੇ ਘਬਰਾਹਟ ਆਉਣ ਦੇ ਨਾਲ ਸਰੀਰ, ਤਨ ਕੰਬਣ ਕਰਕੇ, ਅੰਦਰ ਡਰ ਲੱਗਣ ਕਰਕੇ ਸਰੀਰ ਦੇ ਅੰਦਰ ਕਾਲਸ ਛਾ ਜਾਂਦੀ ਹੈ, ਕਾਲਾ ਹੋ ਜਾਂਦਾ ਹੈ। ਤੇ ਮਰਨ ਤੋਂ ਬਾਅਦ ਉਹੀ ਮਨੁੱਖ ਚਿੱਟਾ ਹੋ ਜਾਂਦਾ, ਖੂਨ ਪਾਣੀ ਬਣ ਜਾਂਦਾ। ਇਹ ਦੋ ਰੰਗ ਨੇ ਮਨੁੱਖ ਦੇ, ਕਾਲਾ ਹੋਣਾ ਤੇ ਛਾਹ ਹੋਣਾ, ਸੇਤ ਚਿੱਟਾ ਹੋਣਾ। ਕਹਿਣ ਤੋਂ ਭਾਵ ਹੈ, ਜਿਵੇਂ ਸਰੀਰ ਦੇ ਦੋ ਰੰਗ ਹਨ, ਕਾਲਾ ਤੇ ਚਿੱਟਾ, ਇਸੇ ਤਰ੍ਹਾਂ ਭਾਦ ਹੋਏ, ਭਾਦੋ ਦੇ ਮਹੀਨੇ ਦੇ ਦੋ ਭਾਗ ਹਨ। ਉਹ ਕਿਹੜੇ ਨੇ? ਕਹਿੰਦੇ ਭਾਦੋਂ ਦੇ ਮਹੀਨੇ ਦੇ ਵਿੱਚ ਮਨੁੱਖ, ਔਰ 1 ਮਿੰਟ ਦੇ ਵਿੱਚ ਦੇਖਦੇ ਹਾਂ ਆਪਾਂ, ਗਰਮੀ ਹੋ ਜਾਣੀ, ਧੁੱਪ ਕੱਢ ਲੈਣੀ, ਹਵਾ ਰੁਕ ਜਾਣੀ, ਗਰਮੈਸ਼ ਵੱਧ ਹੋ ਜਾਣੀ। 4 ਕਣੀਆਂ ਪੈ ਗਈਆਂ, ਹਵਾ ਚੱਲ ਕੇ ਛਿਨ ਵਿੱਚ ਹੀ, ਮਿੰਟਾਂ ਸਕਿੰਟਾਂ ਵਿੱਚ ਹੀ ਠੰਡ ਹੋ ਜਾਂਦੀ ਹੈ। ਕਹਿਣ ਤੋਂ ਭਾਵ ਹੈ, ਹੁਣੇ ਗਰਮੀ, ਹੁਣੇ ਧੁੱਪ, ਹੁਣੇ ਠੰਡ, ਛਿਨ ਦੇ ਵਿੱਚ, ਮਿੰਟਾਂ ਸਕਿੰਟਾਂ ਵਿੱਚ ਠੰਡ, ਮਿੰਟਾਂ ਸਕਿੰਟਾਂ ਵਿੱਚ ਗਰਮੈਸ਼, ਗਰਮੀ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਕਹਿਣਾ ਹੈ ਕਿ ਮਨੁੱਖ ਦੀ ਵੀ ਇੱਦਾਂ ਦੀ ਬਿਰਤੀ ਹੈ, ਭਾਦੋਂ ਦੇ ਮਹੀਨੇ ਦੀ ਤਰ੍ਹਾਂ। ਜਿਵੇਂ ਭਾਦ ਹੋਏ, 2 ਭਾਗ ਭਾਦਰੋਂ ਦੇ ਮਹੀਨੇ ਦੇ ਹੁੰਦੇ ਹੈ, ਇੱਦਾਂ ਵੀ ਮੰਨਿਆ ਭਾਦਰੋਂ ਦੇ ਮਹੀਨੇ ਨੂੰ, ਕਿ ਭਾਦਰੋਂ ਦਾ ਮਹੀਨਾ ਜਿਹੜਾ ਹੁੰਦਾ ਹੈ, ਇਹ ਤਕਰੀਬਨ ਦਿਨੇ ਗਰਮੈਸ਼, ਰਾਤ ਨੂੰ ਠੰਡ, ਜਾਂ ਅੱਧਾ ਮਹੀਨਾ ਗਰਮੈਸ਼, ਅੱਧਾ ਮਹੀਨਾ ਠੰਡ, ਭਾਵ ਲਾਸਟ ਦੇ ਜਾ ਕੇ ਵਿੱਚ ਜਿਵੇਂ ਜਿਵੇਂ ਭਾਦਰੋਂ ਦਾ ਮਹੀਨਾ ਅੱਸੂ ਵੱਲ ਨੂੰ ਜਾਂਦਾ ਹੈ, ਉਸੇ ਤਰ੍ਹਾਂ ਔਰ ਠੰਡ ਦਾ ਲਵਾ ਆਉਂਦਾ, ਭਾਵ ਰੁੱਤ ਬਦਲਦੀ ਹੈ, ਠੰਡ ਦੇ ਵੱਲ ਜਾਂਦੀ ਹੈ, ਗਰਮੈਸ਼ ਘਟਦੀ ਜਾਂਦੀ ਹੈ। ਕਹਿਣ ਤੋਂ ਭਾਵ ਹੈ ਕਿ ਜਿਵੇਂ ਭਾਦਰੋਂ ਦੇ ਮਹੀਨੇ ਦੇ ਦੋ ਭਾਗ ਹਨ, ਇੱਕ ਭਾਗ ਠੰਡਾ ਤੇ ਦੂਸਰਾ ਭਾਗ ਗਰਮੈਸ਼, ਗਰਮੀ। ਇੱਕ ਭਾਗ ਦੀ ਗਰਮੈਸ਼, ਦੂਸਰੇ ਭਾਗ ਦੀ ਠੰਡ। ਇੱਦਾਂ ਕਣੀਆਂ ਆ ਗਈਆਂ, ਠੰਡ ਹੋ ਗਈ, 10 ਮਿੰਟਾਂ ਬਾਅਦ ਧੁੱਪ ਕੱਢ ਲਈ ਕੜਕਦੀ, ਹਵਾ ਰੁਕ ਗਈ, ਗਰਮੈਸ਼ ਹੋ ਗਈ, ਬਹੁਤੀ ਗਰਮੈਸ਼ ਹੋ ਗਈ। ਗਰਮੈਸ਼ ਤੋਂ ਬਾਅਦ ਕਣੀਆਂ ਆਈਆਂ, ਠੰਡ ਹੋ ਗਈ। ਦਿਨੇ ਗਰਮੈਸ਼, ਧੁੱਪ ਕਰਕੇ ਗਰਮੀ ਬੜੀ, ਰਾਤ ਨੂੰ ਔਰ ਅੱਧੀ ਰਾਤ ਤੋਂ ਬਾਅਦ ਠੰਡ ਹੋ ਗਈ। ਪਹਿਲੀ ਰਾਤ ਗਰਮੈਸ਼, ਦੂਸਰੀ ਰਾਤ ਠੰਡ। ਫਿਰ ਪਹਿਲਾ ਪਹਿਰ ਦਿਨ ਦਾ ਠੰਡਾ, ਪਿਛਲਾ ਪਹਿਰ ਗਰਮੈਸ਼, ਗਰਮ। ਇੱਦਾਂ ਇਸੇ ਤਰ੍ਹਾਂ ਮਨੁੱਖ ਦੀ ਵੀ ਜ਼ਿੰਦਗੀ ਹੈ। ਮਨੁੱਖ ਕਦੇ ਗਰਮ, ਕਦੇ ਠੰਡਾ, ਕਦੇ ਨਰਮ, ਕਦੇ ਤੇਜਤ। ਭਾਵ ਮਨੁੱਖ ਜਾਂਦਾ ਗੁਰੂ ਘਰ, ਮੰਦਰ, ਮਸੀਤ ਵਿੱਚ ਮੱਥਾ ਟੇਕਦਾ, ਬਾਣੀ ਸੁਣਦਾ, ਬਾਣੀ ਪੜ੍ਹਦਾ, ਬੜਾ ਠੰਡਾ, ਐਂ ਲੱਗਦਾ ਵੀ ਬੜਾ ਭਗਤ ਹੈ। ਘਰੇ ਗਿਆ, ਉਹੀ ਬੰਦਾ ਭੈਣ ਨਾਲ, ਭਾਈ ਨਾਲ, ਪਤੀ ਨਾਲ, ਪਤਨੀ ਨਾਲ, ਬੱਚਿਆਂ ਨਾਲ ਲੜ ਕੇ ਗਰਮ। ਭਾਦ ਹੋਏ, 2 ਭਾਗ ਹਨ ਮਨੁੱਖ ਦੇ ਭਾਦਰੋਂ ਦੀ ਤਰ੍ਹਾਂ। ਕਿਹੜੇ? 1 ਮਿੰਟ ਵਿੱਚ ਹੀ ਗਰਮ ਹੋ ਜਾਣਾ, 1 ਮਿੰਟ ਵਿੱਚ ਹੀ ਠੰਡਾ ਹੋ ਜਾਣਾ, 1 ਮਿੰਟ ਵਿੱਚ ਹੀ ਠੰਡਾ ਹੋ ਜਾਣਾ, 1 ਮਿੰਟ ਵਿੱਚ ਹੀ ਗਰਮ ਹੋ ਜਾਣਾ।
ਗੁਰੂ ਘਰ ਆਇਆ ਬੰਦਾ ਬੜਾ ਠੰਡਾ ਸੀ, ਐਂ ਲੱਗਦਾ ਸੀ ਵੀ ਬੜਾ ਵਧੀਆ ਬੰਦਾ ਹੈ। ਉਹੀ ਬੰਦਾ ਘਰੇ ਗਿਆ, ਕਲਯੁਗ ਦਾ ਪ੍ਰਭਾਵ ਪਿਆ, ਬੰਦਾ ਗਰਮ ਹੋ ਗਿਆ। ਲੱਗਦਾ ਹੀ ਨਹੀਂ ਵੀ ਇਹ ਗੁਰੂ ਘਰ 'ਚੋਂ ਆਇਆ, ਮੱਥਾ ਟੇਕ ਕੇ ਆਇਆ, ਬਾਣੀ ਸੁਣ ਕੇ ਆਇਆ। ਕਿਉਂ? ਕਿਉਂਕਿ ਭਾਦਰੋਂ ਦੇ 2 ਭਾਗ ਹਨ ਅਤੇ ਇਹ ਵੀ ਮੰਨਿਆ ਕਹਿੰਦੇ 11 ਮਹੀਨੇ ਨਰ ਹਨ, ਅਤੇ ਇਹ ਭਾਦਰੋਂ ਦਾ ਮਹੀਨਾ 11 ਮਹੀਨਿਆਂ ਦੇ ਨਰ ਭਾਵ ਭਾਈ, ਅਤੇ ਇਹ ਭੈਣ ਦਾ ਵਾਚਕ ਹੈ, ਇਸਤਰੀ ਲਿੰਗ ਹੈ। ਇੱਦਾਂ ਵੀ ਮੰਨੇ ਆ ਭਾਦਰੋਂ ਦੇ ਮਹੀਨੇ ਨੂੰ। ਕਹਿਣ ਤੋਂ ਭਾਵ ਹੈ ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ, ਲਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕਹਿਸਨ ਪ੍ਰੇਤ। ਜਦੋਂ ਇਹ ਦੇਹ ਬੇਨਸ ਸੀ ਨਾਸ ਹੁੰਦੀ ਹੈ, ਉਸੇ ਵੇਲੇ ਮਨੁੱਖ ਨੂੰ ਪ੍ਰੇਤ ਕਹਿੰਦੇ ਹੈ। ਇਹ ਤਾਂ ਪ੍ਰੇਤ ਹੈ ਜੀ। ਜਿਹੜੇ ਬੱਚੇ ਮਾਂ ਨਾਲ, ਪਿਤਾ ਨਾਲ, ਭੈਣ ਨਾਲ, ਭਾਈ ਨਾਲ ਪਿਆਰ ਕਰਦੇ ਹੈ, ਉਹੀ ਡਰਨ ਲੱਗ ਜਾਂਦੇ ਹੈ। ਪਾਕੜ ਚਲਾਏ ਨ ਦੂਤ ਜਮ, ਕਿਸੈ ਨ ਦੇਨੀ ਭੇਤ, ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ, ਹੱਥ ਮਰੋੜੈ ਤਨ ਕਪੇ, ਸਿਆਹ ਹੋਆ ਸੇਤ। ਕਹਿੰਦੇ ਜਦੋਂ ਫਿਰ ਮਨੁੱਖ ਮਰਦਾ ਹੈ, ਉਦੋਂ ਉਹਦੇ 2 ਭਾਗ ਹੁੰਦੇ ਹੈ। ਹੱਥ ਮੁੱਠੀਆਂ ਮਿਚਦੀਆਂ ਨੇ, ਬੰਦਾ ਤੰਗ ਹੁੰਦਾ ਹੈ। ਸਤਿਗੁਰੂ ਦੀ ਬਾਣੀ ਵਿੱਚ ਹੋਰ ਥਾਂ ਵੀ ਆਇਆ ਇੱਕ ਕਿ ਇਹ ਸਾਡੇ ਤੇਰਾ ਮਨ ਦੇਹੋਰੀ ਚੱਲੈ ਪਾਣੀ ਅੰਨ। ਭਗਤ ਜੀ ਕਹਿੰਦੇ ਨੇ ਸਾਡੇ ਤੇਰਾ ਮਨ ਦੇਹੋਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਬੱਤ ਅਸੂਣੀ ਬੰਨ। ਇੱਦਾਂ ਇਹ ਭਗਤ ਜੀਆਂ ਨੇ ਵੀ ਬਾਣੀ ਵਿੱਚ ਬੜੇ ਸੋਹਣੇ ਪਿਆਰ ਦੇ ਬਚਨ ਕਹੇ ਹਨ ਕਿ ਆਇਓ ਬੰਦਾ ਦੁਨੀ ਵਿੱਚ ਬੱਤ ਆਸੂਣੀ ਬੰਨ। ਦੇਖੋ ਬੰਦਾ ਚੱਲਿਆ ਚਾਹੋ ਜਣਿਆਂ ਦਾ ਕੰਨ। ਇਹ ਦੇਹੀ ਨੂੰ ਪਾਲਦਾ ਹੈ, ਪੋਸ਼ਦਾ। ਜਦੋਂ ਮਰਦਾ ਹੈ 4 ਜਣਿਆਂ ਦੇ ਕੰਧਿਆਂ 'ਤੇ ਚੱਕ ਕੇ ਲੈ ਜਾਂਦੇ ਨੇ ਲੋਕ, ਤੇ ਜਾ ਕੇ ਸਮਾਪਤ ਕਰੇ ਆਉਂਦੇ ਆ ਬਾਜੀ। ਲਾਸਟ ਪੰਕਤੀ ਵਿੱਚ ਕਹਿੰਦੇ ਹਨ, ਫਰੀਦਾ ਆਮਲ ਜੇ ਕੀਤੇ ਦੁਨੀ ਵਿੱਚ, ਦਰਗ ਹੈ ਆਏ ਕੰਮ। ਜੇ ਦੁਨੀਆ ਦੇ ਵਿੱਚ ਤੂੰ ਚੰਗੇ ਕਰਮ ਕੀਤੇ ਹੈ, ਸੇਵਾ ਕੀਤੀ ਹੈ, ਬਾਣੀ ਸੁਣੀ ਹੈ, ਬਾਣੀ ਪੜ੍ਹੀ ਹੈ, ਨਾਮ ਜਪਿਆ, ਇਹੀ ਬਾਣੀ ਸੁਣੀ ਹੋਈ, ਜਪਿਆ ਹੋਇਆ ਨਾਮ, ਕੀਤੀ ਹੋਈ ਸੇਵਾ ਤੇਰੇ ਕੰਮ ਆਵੇਗੀ। ਹੋਰ ਸਾਰਾ ਕੁਝ ਇੱਥੇ ਛੱਡ ਜਾਣਾ, ਤੇਰੇ ਕੀਤੇ ਹੋਏ ਹਾਵ ਭਾਵ ਕੰਮ ਆਉਣਗੇ। ਕਹਿਣ ਤੋਂ ਭਾਵ ਹੈ ਇਸੇ ਤਰ੍ਹਾਂ ਜੇ ਅੰਤਰੀਵ ਆਤਮਿਕ ਤਲ 'ਤੇ ਲਈਏ ਇਸ ਗੱਲ ਨੂੰ ਆਪਾਂ, ਸਤਿਗੁਰਾਂ ਦੀ ਬਾਣੀ ਦਾ ਮਹਾਂਵਾਕ ਕਿ ਪਾਕੜ ਚਲਾਏ ਅਨਦੂਤ ਜਮ, ਕਿਸੇ ਨ ਦੇਨੀ ਭੇਤ, ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ, ਹੱਥ ਮਰੋੜੈ ਤਨ ਕਪੇ। ਹੱਥ ਮਰੋੜੇ, ਮੁੱਠੀਆਂ ਮਿਚਦੀਆਂ, ਧਨ ਕੰਬਦਾ, ਤੇ ਮੌਤ ਨੂੰ ਦੇਖ ਕੇ ਤਰੇਲੀਆਂ ਆਉਂਦੀਆਂ, ਬੰਦਾ ਸੁੰਨ ਹੋ ਜਾਂਦਾ। ਜਦੋਂ ਸੁੰਨ ਹੁੰਦਾ ਕਹਿੰਦੇ ਉਦੋਂ ਕਾਲਾ ਹੁੰਦਾ, ਤੇ ਫਿਰ ਉਸ ਕਾਲਸ ਨੂੰ ਛੱਡ ਕੇ ਜਦੋਂ ਮੌਤ ਦੇ ਮੂੰਹ ਵਿੱਚ ਜਾਂਦਾ, ਮਰ ਜਾਂਦਾ, ਤਾਂ ਫਿਰ ਬੰਦਾ ਚਿੱਟਾ ਹੋ ਜਾਂਦਾ ਸੇਤ। ਹੁਣ ਇਸੇ ਮੌਤ ਨੂੰ ਰੱਬ ਦੇ ਪਿਆਰੇ ਕਹਿੰਦੇ ਹਨ ਕਿ ਜਿਹੜੀ ਮੌਤ ਜਾਣੇ ਅਣਜਾਣੇ ਆਉਂਦੀ ਹੈ, ਉਸ ਮੌਤ ਦਾ ਅਸੀਂ ਗਿਆਨ ਲੈਣਾ। ਇਸੇ ਕਰਕੇ ਸਤਿਗੁਰਾਂ ਦੀ ਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣ ਕਾ, ਤਾਂ ਆਓ ਹਮਾਰੇ ਪਾਸ।
ਐ ਮਨਾ, ਤੂੰ ਇਸ ਦੁਨੀਆ ਵਿੱਚ, ਸਮਾਜ ਵਿੱਚ, ਜੱਗ 'ਤੇ ਆਇਆ, ਜੀਵਨ ਦੀਆਂ ਆਸਾਂ ਛੱਡ ਦੇ, ਮੌਤ ਮਰਨਾ ਕਬੂਲ ਲੈ। ਕਿਉਂ? ਕਿਉਂਕਿ ਇੱਕ ਨਾ ਇੱਕ ਦਿਨ ਤੂੰ ਮਰਨਾ ਹੈ। ਇਹ ਤੇ ਭਾਵੇਂ ਤੂੰ ਖੁਸ਼ ਰਹਿ, ਭਾਵੇਂ ਨਾਰਾਜ਼ ਰਹਿ, ਭਾਵੇਂ ਇਹਦਾ ਗਿਆਨ ਲੈ ਲਾ ਤੇ ਭਾਵੇਂ ਨਾ ਲੈ ਲਾ, ਇੱਕ ਨਾ ਇੱਕ ਦਿਨ ਮੌਤ ਨੇ ਤੈਨੂੰ ਮਾਰ ਦੇਣਾ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਹੜੀ ਮੌਤ ਨੇ ਲੱਖਾਂ ਅਰਬਾਂ ਖਰਬਾਂ ਲੋਕਾਂ ਨੂੰ ਬਖਸ਼ਿਆ ਨਹੀਂ, ਅਣਗਿਣਤ ਲੋਕ ਮੌਤ ਦੇ ਮੂੰਹ ਵਿੱਚ ਪੈ ਕੇ ਮਰ ਗਏ, ਆਪਣਾ ਜੀਵਨ ਬਰਬਾਦ ਕਰ ਗਏ, ਆਪਣੀ ਜ਼ਿੰਦਗੀ ਨਰਕਾਂ ਦੇ ਵਿੱਚ ਡਿੱਗ ਦਿੱਤੀ। ਉਸ ਮੌਤ ਦਾ ਜਿੰਨਾ ਚਿਰ ਅਸੀਂ ਗਿਆਨ ਨਹੀਂ ਲੈਂਦੇ, ਜਿੰਨਾ ਚਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਮੌਤ ਹੈ ਕੀ, ਉਹਨਾਂ ਚਿਰ ਸਾਡਾ ਜੰਮਣਾ ਮਰਨਾ ਚੱਲੀ ਜਾਵੇਗਾ, ਇਹ ਰੁਕੇਗਾ ਨਹੀਂ। ਤੇ ਹੁਣ ਮੌਤ ਦਾ ਗਿਆਨ ਕੀ ਹੈ? ਮੌਤ ਦਾ ਗਿਆਨ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਵਿਦਵਾਨਾਂ ਦਾ ਕਹਿਣਾ ਹੈ, ਉਹ ਕਹਿੰਦੇ ਜੇ ਨਾ ਸਮਾਜ ਦੇ ਵਿੱਚ ਖੋਜ ਕਰਨੀ ਹੋਵੇ, ਪਹਿਲਾਂ ਪਦਾਰਥ ਦੇਖਣਾ ਪੈਂਦਾ ਹੈ, ਪਦਾਰਥ ਦੀ ਖੋਜ ਕਰਕੇ ਬਾਅਦ ਵਿੱਚ ਵਿਸ਼ਵਾਸ ਕੀਤਾ ਜਾਂਦਾ, ਭਰੋਸਾ ਕੀਤਾ ਜਾਂਦਾ। ਪਹਿਲਾਂ ਦੇਖਣਾ, ਖੋਜ ਕਰਨੀ, ਬਾਅਦ ਵਿੱਚ ਵਿਸ਼ਵਾਸ। ਪਰ ਇੱਥੇ ਉਲਟ ਹੈ ਕੰਮ, ਇਹ ਖੋਜ ਉਲਟ ਹੈ। ਇੱਥੇ ਵਿਸ਼ਵਾਸ ਪਹਿਲਾਂ ਕੀਤਾ ਜਾਂਦਾ, ਖੋਜ ਕਰਦੇ ਹਾਂ, ਵਿਸ਼ਵਾਸ ਕਰਕੇ ਖੋਜ ਕਰਨਾ, ਆਪਣੇ ਆਪ ਨੂੰ ਖੋਜਣਾ, ਔਰ ਦੇਖਣਾ ਬਾਅਦ ਵਿੱਚ। ਸਮਾਜਿਕ ਖੋਜ ਦੇਖਣਾ ਪਹਿਲਾਂ, ਵਿਸ਼ਵਾਸ ਬਾਅਦ ਵਿੱਚ। ਇੱਥੇ ਵਿਸ਼ਵਾਸ ਪਹਿਲਾਂ, ਖੋਜ ਬਾਅਦ ਵਿੱਚ ਹੈ। ਕਹਿਣ ਤੋਂ ਭਾਵ ਹੈ, ਹੁਣ ਸਤਿਗੁਰੂ ਮਹਾਰਾਜ ਜੀ ਪਾਤਸ਼ਾਹ ਜੀ ਦੀ ਬਾਣੀ ਦੇ ਮੁਤਾਬਕ ਜਦੋਂ ਕੋਈ ਰੱਬ ਦਾ ਨਾਮ ਜਪਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਰੱਬ ਦੇ ਵਿੱਚ ਸਮਿਲਿਤ ਹੁੰਦਾ ਹੈ, ਮਾਲਕ ਵਾਹਿਗੁਰੂ ਦੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਦੋਂ ਇੱਕ ਬੂੰਦ ਪਾਣੀ ਦੀ, ਇੱਕ ਅੰਸ਼ ਸਮੁੰਦਰ ਦਾ ਵਾਹਿਗੁਰੂ ਦਾ ਰੂਪ ਹੁੰਦੀ ਹੈ, ਪਰਮਾਤਮਾ ਦੇ ਵਿੱਚ ਲੀਨ ਹੁੰਦੀ ਹੈ, ਤਾਂ ਉਦੋਂ ਵੀ ਇਹੀ ਇੱਕ ਘਟਨਾ ਵਾਪਰਦੀ ਹੈ, ਜਿਹੜੀ ਦੁਨਿਆਵੀ ਤੌਰ 'ਤੇ, ਸਮਾਜਿਕ ਤੌਰ 'ਤੇ ਮਨੁੱਖ ਨਾਲ ਮਰਦੇ ਸਮੇਂ ਹੁੰਦੀ ਹੈ। ਕਹਿਣ ਤੋਂ ਭਾਵ ਹੈ ਪਿਆਰਿਓ, ਸਤਿਗੁਰਾਂ ਦੀ ਬਾਣੀ ਦੇ ਬੜੇ ਡੂੰਘੇ ਭੇਦ ਹੈ। 4 ਬਾਣੀਆਂ ਨੇ, ਪਰਾ, ਬਸੰਤੀ, ਮੱਧਮਾ ਅਤੇ ਬੈਖਰੀ। ਪਰਾ ਦੇ ਵਿੱਚੋਂ ਸਵਾਸ ਸਾਡੇ ਧੁੰਨ ਦੇ ਦੁਆਰਾ ਬਣ ਕੇ ਬਾਹਰ ਆਉਂਦੇ ਹੈ। ਜਦੋਂ ਬਾਹਰ ਆਉਂਦੇ ਆ ਪਰਾਂ ਦੇ ਵਿੱਚੋਂ, ਬਸੰਤੀ ਵਿੱਚ ਆ ਕੇ ਰੰਗ ਬਣਦੇ ਆ। ਕਹਿੰਦੇ ਉਹੀ ਰੰਗ ਮੱਧਮਾਂ ਦੇ ਵਿੱਚ ਆ ਕੇ ਅੱਖਰ ਬਣਦੇ ਆ। ਜਿਹੜੇ ਬਣੇ ਹੋਏ ਅੱਖਰ ਸਾਡੇ ਕੰਠ ਤੱਕ ਪਹੁੰਚਦੇ ਆ, ਉਹੀ ਫਿਰ ਸ਼ਬਦ ਬਣਦਾ। ਬਣਿਆ ਹੋਇਆ ਸ਼ਬਦ ਕੰਪਿਊਟਰ ਦੀ ਤਰ੍ਹਾਂ ਜ਼ੁਬਾਨ ਉਹਨੂੰ ਬਿਆਨ ਕਰਦੀ ਹੈ, ਅਤੇ ਇਸੇ ਕਰਕੇ ਉਹਨੂੰ ਵੈਖਰੀ ਬਾਣੀ ਕਹਿੰਦੇ ਆ। ਜਦੋਂ ਵੈਖਰੀ ਬਾਣੀ ਦੁਆਰਾ ਕੋਈ ਜਾਪ ਕਰਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੰਨਾਂ ਦੁਆਰਾ ਸੁਣਦਾ, ਅੰਦਰ ਲਿਜਾਂਦਾ, ਇਹਨੂੰ ਕਹਿੰਦੇ ਨੇ ਜਾਪ। ਰਸਨਾ ਦੁਆਰਾ ਕੀਤਾ ਹੋਇਆ ਜਾਪ, ਕੰਨਾਂ ਦੁਆਰਾ ਅੰਦਰ ਲੈ ਕੇ ਗਏ। ਇੱਦਾਂ ਕਰਦਿਆਂ 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 ਕਈਆਂ 'ਤੇ ਥੋੜ੍ਹੇ ਟਾਈਮ ਵਿੱਚ, ਕਈਆਂ 'ਤੇ ਬਾਹਲੇ ਟਾਈਮ ਵਿੱਚ, ਸਮੇਂ ਦੇ ਵਿੱਚ ਉਹ ਵਿਸ਼ਵਾਸ 'ਤੇ ਗੱਲ ਖੜੀ ਹੈ ਕਿ ਸਾਡੇ ਵਿੱਚ ਵਿਸ਼ਵਾਸ ਕਿੰਨਾ ਕੁ ਹੈ, ਸ਼ਰਧਾ ਕਿੰਨੀ ਕੁ ਹੈ, ਭਰੋਸਾ ਕਿੰਨਾ ਕੁ ਹੈ। ਜਿਨ੍ਹਾਂ ਦਾ ਵੱਧ ਭਰੋਸਾ ਹੁੰਦਾ, ਵਿਸ਼ਵਾਸ ਹੁੰਦਾ, ਸ਼ਰਧਾ ਭਾਵਨਾ ਹੁੰਦੀ ਹੈ, ਉਹਨਾਂ ਦੀ ਛੇਤੀ ਗੱਲ ਬਣ ਜਾਂਦੀ ਹੈ। ਜਿਨ੍ਹਾਂ ਦਾ ਵਿਸ਼ਵਾਸ ਨਹੀਂ ਹੁੰਦਾ, ਭਰੋਸਾ ਨਹੀਂ ਹੁੰਦਾ, ਸ਼ਰਧਾ ਨਹੀਂ ਹੁੰਦੀ,
ਉਹਨਾਂ ਦੀ ਟਾਈਮ ਪਾ ਕੇ ਗੱਲ ਬਣ ਜਾਂਦੀ ਹੈ। ਪਰ ਇੱਕ ਗੱਲ ਧਿਆਨ ਵਿੱਚ ਰੱਖਿਓ ਵੀ ਕਈਆਂ ਦਾ ਇੱਥੇ ਮੈਂ ਰੁਕ ਕੇ ਗੱਲ ਕਰ ਰਿਹਾ, ਕਈਆਂ ਦਾ ਇੱਥੇ ਵਿਸ਼ਵਾਸ, ਕਈ ਗੱਲ ਕਹਿੰਦੇ ਨੇ, ਉਹ ਕਹਿੰਦੇ ਜੀ ਜਦੋਂ ਵਿਸ਼ਵਾਸ ਹੀ ਨਹੀਂ, ਭਰੋਸਾ ਹੀ ਨਹੀਂ, ਤਾਂ ਫਿਰ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ, ਕੀ ਲਾਭ। ਕਹਿਣ ਤੋਂ ਭਾਵ ਹੈ ਪਿਆਰਿਓ, ਇੱਕ ਗੱਲ ਧਿਆਨ ਵਿੱਚ ਰੱਖਿਓ, ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਵਿਸ਼ਵਾਸ ਹੈ ਨਹੀਂ, ਭਰੋਸਾ ਹੈ ਨਹੀਂ, ਪਰ ਮਾੜਾ ਕੰਮ ਵੀ ਨਹੀਂ ਕਰ ਰਹੇ ਅਸੀਂ। ਘੱਟੋ ਘੱਟ ਨਿੰਦਿਆ ਤੋਂ ਤਾਂ ਬਚੇ ਹਾਂ ਨਾ, ਮਾੜੀਆਂ ਗੱਲਾਂ ਤੋਂ ਬਚੇ ਹਾਂ, ਕਿਸੇ ਦਾ ਮਾੜਾ, ਕਿਸੇ ਨੂੰ ਗਾਲ ਤਾਂ ਨਹੀਂ ਕੱਢ ਰਹੇ, ਕਿਸੇ ਦੀ ਨਿੰਦਿਆ ਤਾਂ ਨਹੀਂ ਕਰ ਰਹੇ, ਘੱਟੋ ਘੱਟ ਵਾਹਿਗੁਰੂ ਵਾਹਿਗੁਰੂ ਤਾਂ ਕਰਦੇ ਹੀ ਆ ਨਾ। ਵਾਹਿਗੁਰੂ 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 ਕਰਦੇ ਹਾਂ, ਰਾਮ ਰਾਮ ਕਰਦੇ ਹਾਂ, ਅੱਲਾ ਅੱਲਾ ਕਰਦੇ ਹਾਂ। ਬੰਦੇ ਦੇ ਅੰਦਰ ਇੱਕ ਇੱਦਾਂ ਫਿਕਰ ਪੈਦਾ ਹੁੰਦਾ ਹੈ ਕਿ ਮਨਾ ਕਰੀ ਤਾਂ ਜਾਣਾ ਹੈ, ਪਰ ਖਟਿਆ ਕੀ, ਕੀ ਲੈਤਾ, ਕੀ ਪ੍ਰਾਪਤੀ ਕੀਤੀ, ਕੁਝ ਨਹੀਂ ਕੀਤੀ। ਇੱਦਾਂ ਕਰਦਿਆਂ ਵਿਸ਼ਵਾਸ ਬਣਦਾ, ਭਰੋਸਾ ਬਣਦਾ ਹੈ। ਜਦੋਂ ਵਿਸ਼ਵਾਸ ਬਣਦਾ, ਭਰੋਸਾ ਬਣਦਾ ਨਾ, ਫਿਰ ਇਹੀ ਜਾਪ ਤੋਂ ਅਜੱਪਾ ਜਾਪ ਬਣਦਾ। ਜ਼ੁਬਾਨ ਚੁੱਪ ਕਰ ਜਾਂਦੀ ਹੈ, ਰਸਨਾ ਚੁੱਪ ਕਰ ਜਾਂਦੀ ਹੈ। ਜਦੋਂ ਰਸਨਾ ਚੁੱਪ ਕਰਦੀ ਹੈ ਤਾਂ ਇਹੀ ਜਿਹੜਾ ਸਾਡਾ ਜਾਪ ਹੈ, ਇਹ ਸਾਡਾ ਸਵਾਸ ਸਵਾਸ ਜਾਪ ਚੱਲ ਪੈਂਦਾ। ਆਉਂਦਿਆਂ ਸਵਾਸ, ਜਾਂਦਿਆਂ ਸਵਾਸ, ਉਹ ਰੱਬ ਦੀ ਯਾਦ ਵਿੱਚ ਲੰਘਣ ਲੱਗ ਜਾਂਦਾ। ਇੱਦਾਂ ਦੇ ਬੰਦੇ, ਇੱਦਾਂ ਦੇ ਮਨੁੱਖ ਸੁੱਤਿਆਂ ਜਾਗਦਿਆਂ, ਤੁਰਦਿਆਂ ਫਿਰਦਿਆਂ, ਉਹਨਾਂ ਦੇ ਅੰਦਰ ਨਾਮ ਚੱਲਦਾ ਹੀ ਰਹਿੰਦਾ। ਮਾਲਕ ਦੀ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਸਤਿਗੁਰਾਂ ਦੀ ਕਿਰਪਾ ਹੋ ਜਾਂਦੀ ਹੈ। ਜਦੋਂ ਕਿਰਪਾ ਹੁੰਦੀ ਹੈ ਮਾਲਕ ਦੀ ਵਾਹਿਗੁਰੂ ਦੀ ਜਾਪ ਤੋਂ, ਜੱਪਾ ਜਾਪ, ਇੱਕ ਫਿਰ ਇਹ ਵੀ ਅਵਸਥਾ ਹੈ ਗੁਰਮੁਖ ਰੋਮ ਰੋਮ ਹਰਿ ਧਿਆਵੈ। ਗੁਰਮੁਖ ਜਿਨ੍ਹਾਂ ਨੇ ਗੁਰੂ ਨੂੰ ਮੁੱਖ ਮੰਨ ਲਿਆ, ਜਿਹੜੇ ਗੁਰੂ ਦਾ ਮੁੱਖ ਬਣ ਗਏ, ਉਹ ਰੋਮ ਰੋਮ ਧਿਆਉਂਦੇ ਨੇ। ਉਹਨਾਂ ਦੇ ਰੋਮ ਰੋਮ ਵਿੱਚੋਂ ਰੱਬ ਦੀਆਂ ਆਵਾਜ਼ਾਂ ਆਉਂਦੀਆਂ ਹਨ, ਮਾਲਕ ਦੀ ਕਿਰਪਾ ਹੋ ਜਾਂਦੀ ਹੈ। ਕਹਿੰਦੇ ਇੱਦਾਂ ਹੁੰਦਿਆਂ ਨਾ, ਪਹਿਲੀ ਸਟੇਜ ਬੰਦੇ ਦੀ ਹੈ ਸ਼ਬਦ ਦੀ ਕਮਾਈ ਕਰਨੀ, ਔਰ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ, ਔਰ ਅਨਾਹਦ ਸ਼ਬਦ ਸੁਣਨਾ। ਸ਼ਬਦ ਸੁਣਨਾ ਕਹਿਣ ਤੋਂ ਭਾਵ ਹੈ ਜਦੋਂ ਇਹ ਸਟੇਜਾਂ ਸਰ ਕਰ ਜਾਂਦਾ, ਭਾਵ ਲੰਘ ਜਾਂਦਾ, ਤਾਂ ਚੌਥੀ ਸਟੇਜ ਹੈ ਜਿਹੜੀ, ਉਹ ਹੈ ਮਨੁੱਖ ਦੀ ਤੁਰੀਆ ਪਦ, ਚੌਥੀ ਅਵਸਥਾ, ਬ੍ਰਹਮ ਗਿਆਨ ਦੀ ਅਵਸਥਾ। ਜਦੋਂ ਉਹ ਸਟੇਜ 'ਤੇ ਮਨੁੱਖ ਜਾਂਦਾ, ਬੰਦਾ ਜਾਂਦਾ ਨਾ, ਉਦੋਂ ਪਹਿਲਾਂ ਇੱਕ ਕਾਰਨਾਮਾ ਵਾਪਰਦਾ ਬੰਦੇ ਨਾਲ, ਮਨੁੱਖ ਨਾਲ। ਉਹ ਕੀ ਹੈ? ਪਾਤਸ਼ਾਹ ਜੀ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਬੰਦੇ ਦੇ ਅਗਿਆਨ ਦਾ ਜਿਹੜਾ ਛਾਹ ਕਹਿੰਦੇ ਨੇ ਕਾਲਾ, ਕਾਲਾ ਕਹਿੰਦੇ ਨੇ ਅਗਿਆਨ। ਅਗਿਆਨ ਕੀ ਹੈ? ਬੇਸਮਝੀ, ਬਿਨਾਂ ਸਮਝੀ ਮੌਤ। ਬੰਦਾ ਦੁਨੀਆ ਵਿੱਚ ਆਇਆ, ਪਤਾ ਨਹੀਂ ਕਿੰਨੇ ਵਾਰੀ ਮਰਿਆ ਸਰੀਰ ਕਰਕੇ। ਪਰ ਇੱਕ ਗੱਲ ਧਿਆਨ ਵਿੱਚ ਦੇਣ ਵਾਲੀ ਹੈ ਹੋਰ ਵੀ, ਮਨੁੱਖ ਨਾ ਜਿੱਦੇ ਤੋਂ ਜਨਮ ਲੈਂਦਾ ਉਦੇ ਤੋਂ ਹੀ ਮਰਨਾ ਸ਼ੁਰੂ ਹੋ ਜਾਂਦਾ, ਉਦੇ ਤੋਂ ਹੀ। ਕਹਿੰਦੇ ਹਨ ਜਦੋਂ ਬੰਦਾ ਜਨਮ ਲੈਂਦਾ, ਬੱਚਾ ਜਨਮ ਲੈਂਦਾ, ਪਹਿਲੀ ਕਿਰਨ, ਪਹਿਲੀ ਔਰ ਇੱਕ ਸਵਾਸ ਜਦੋਂ ਲੈਂਦਾ, ਪਹਿਲਾ ਸਵਾਸ ਉਦੋਂ ਪੂਰਾ ਹੁੰਦਾ। ਪਰ ਜਦੋਂ ਪਹਿਲਾ ਸਵਾਸ ਬੰਦੇ ਨੇ ਧਰਤੀ 'ਤੇ ਲੈ ਲਿਆ ਤਾਂ ਦੂਜਾ ਘਟਣਾ ਸ਼ੁਰੂ ਹੋ ਗਿਆ, ਤੀਜਾ ਘਟ ਗਿਆ, ਚੌਥਾ ਘਟਿਆ, ਪੰਜਵਾਂ ਘਟਿਆ, ਲੱਖਾਂ ਅਰਬਾਂ ਖਰਬਾਂ ਸਵਾਸ ਘਟ ਗਏ। ਪਰ ਇਹਨੂੰ ਘਟੇ ਨਾ ਜਾਣੋ, ਜਿੰਨੇ ਸਵਾਸ ਸਾਡੇ ਘਟ ਗਏ ਨਾ, ਓਨੇ ਅਸੀਂ ਮਰ ਗਏ।
24 ਘੰਟੇ ਸਾਡੇ ਰੋਜ਼ਾਨਾ ਮਰਦੇ ਆ, ਘਟਦੇ ਨਹੀਂ। ਅਸੀਂ ਮਰ ਗਏ। ਜਿੱਦਾਂ ਸਾਡਾ ਸਰੀਰ ਪੈਦਾ ਹੋਇਆ ਸੀ ਅਸੀਂ ਕੁਝ ਹੋਰ ਸੀ, ਬਚਪਨ ਆਇਆ ਹੋਰ ਹੋ ਗਏ, ਜਵਾਨੀ ਆਈ ਹੋਰ ਹੋ ਗਏ, 40-50 ਸਾਲ ਦੀ ਉਮਰ ਹੋ ਗਈ ਹੋਰ ਹੋ ਗਏ। ਇੱਦਾਂ ਘਟਦੇ ਆਂ ਇੱਕ ਦਿਨ ਬੰਦਾ ਖਤਮ ਹੋ ਜਾਂਦਾ, ਮਰ ਜਾਂਦਾ। ਤੇ ਅਸੀਂ ਕਹਿੰਦੇ ਆ ਬੰਦਾ ਪੂਰਾ ਹੋ ਗਿਆ ਜੀ। ਨਹੀਂ, ਪੂਰਾ ਨਹੀਂ ਹੋਇਆ। ਪੂਰਾ ਤਾਂ ਉਦੋਂ ਹੀ ਹੋਣਾ ਜਿੱਦਾਂ ਪੂਰੇ ਵਿੱਚ ਲੀਨ ਹੋ ਗਿਆ, ਪੂਰੇ ਵਿੱਚ ਸਮਿਲਿਤ ਹੋ ਗਿਆ। ਬੰਦਾ ਆਇਆ ਕਰਮਾਂ ਕਰਕੇ, ਕੋਈ ਚੰਗੇ ਕਰਮਾਂ ਕਰਕੇ, ਕੋਈ ਮਾੜੇ ਕਰਮਾਂ ਕਰਕੇ, ਕੋਈ ਪੁੰਨ ਕਰਕੇ, ਕੋਈ ਪਾਪ ਕਰਕੇ। ਪਰ ਇਸ ਦੁਨੀਆ ਦੇ ਵਿੱਚ, ਜੱਗ ਦੇ ਵਿੱਚ ਕਈ ਆਏ ਅਧੂਰੇ ਪਰ ਗਏ ਪੂਰੇ। ਕਈ ਆਏ ਮਾੜੇ ਕਰਮਾਂ ਕਰਕੇ, ਕੋਈ ਮਾੜੇ ਮੋਟੇ ਕਰਮ, ਚੰਗੇ ਕਰਮ ਕੀਤੇ ਸੀ ਉਹਨਾਂ ਕਰਕੇ ਮਨੁੱਖਾ ਜਨਮ ਦੁਬਾਰਾ ਮਿਲ ਗਿਆ। ਪਰ ਆਪਣਾ ਜਨਮ ਲੇਖੇ ਵਿੱਚ ਲਾ ਕੇ ਸਤਿਗੁਰਾਂ ਦੀ ਬਾਣੀ ਪੜ੍ਹ ਕੇ, ਨਾਮ ਜਪ ਕੇ, ਸੇਵਾ ਕਰਕੇ। ਕਹਿਣ ਤੋਂ ਭਾਵ ਹੈ ਜਦੋਂ ਤੀਸਰੀ ਕਹਿੰਦੇ ਅਵਸਥਾ ਆਉਂਦੀ ਹੈ ਨਾ ਬੰਦੇ ਤੇ, ਮਨੁੱਖ ਤੇ, ਮਾਲਕ ਦੀ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਤਾਂ ਉੱਥੇ ਕੀ ਹੁੰਦਾ ਹੈ? ਬੰਦੇ ਦੇ ਅਗਿਆਨ ਦਾ ਨਾਸ ਹੋ ਜਾਂਦਾ, ਖਤਮ ਹੋ ਜਾਂਦਾ। ਬੰਦੇ ਦੇ ਅੰਦਰੋਂ ਹਨੇਰਾ ਚੱਕਿਆ ਜਾਂਦਾ। ਜਦੋਂ ਹਨੇਰਾ ਚੱਕਿਆ ਜਾਂਦਾ ਨਾ ਕਹਿੰਦੇ, ਤਾਂ ਫਿਰ ਬੰਦਾ ਉਸ ਟਾਈਮ ਜਿਵੇਂ ਮਰਦੇ ਸਮੇਂ ਬੰਦਾ ਸੁੰਨ ਹੁੰਦਾ, ਸੁੰਨ ਹੋ ਜਾਂਦਾ। ਇਹ ਇੱਕ ਪ੍ਰਕਿਰਤੀ ਦਾ, ਕੁਦਰਤ ਦਾ ਨੇਮ ਹੈ ਕਿ ਜਦੋਂ ਬੰਦਾ ਮਰਦਾ ਉਦੋਂ ਸੁੰਨ ਹੁੰਦਾ। ਕਾਰਨ ਕਹਿੰਦੇ ਬੰਦੇ ਦਾ ਮਰਨ ਦਾ ਜਿਹੜਾ ਮਾਲਕ ਨੇ, ਵਾਹਿਗੁਰੂ ਨੇ ਇੱਕ ਕਾਨੂੰਨ ਬਣਾਇਆ, ਉਹ ਸੁੰਨ ਕਰਕੇ ਸਵਾਸ ਕੱਢਣੇ ਆ ਬੰਦੇ ਦੇ, ਉਦਾਂ ਹੀ ਨਹੀਂ। ਕਿਉਂਕਿ ਜੇ ਬੰਦਾ ਇੱਦਾਂ ਹੀ ਸਾਡੇ ਸਵਾਸ ਸਾਡੇ ਦੇਖਦਿਆਂ ਨਿਕਲਦੇ ਹੋਣ ਤਾਂ ਬੰਦਾ ਪਾਗਲ ਹੋ ਜੇ, ਪਹਿਲੀ ਹਲ ਜੇ। ਪਰ ਮਾਲਕ ਜਦੋਂ ਵੀ ਕਿਸੇ ਨੂੰ ਮਾਰਦਾ, ਕਿਸੇ ਵੀ ਢੰਗ ਨਾਲ ਮਾਰੇ ਲਿਜਾਵੇ, ਤਾਂ ਉਹਨੂੰ ਸੁੰਨ ਕਰਦਾ। ਸੁੰਨ ਦੇ ਵਿੱਚੋਂ ਸਾਡੀ ਆਤਮਾ, ਸਾਡੇ ਸਵਾਸ ਕੱਢਦਾ। ਇਹ ਧਿਆਨ ਰੱਖਣਾ। ਇੱਕ ਛੋਟੀ ਜਿਹੀ ਉਦਾਹਰਣ ਹੈ। ਕਿਸੇ ਬੰਦੇ ਦਾ ਅੰਗ ਕੱਢ ਕੇ ਦੂਸਰੇ ਬੰਦੇ ਵਿੱਚ ਪਾਉਣਾ ਹੋਵੇ, ਕੱਢਣ ਵਾਲਾ ਵੀ ਸੁੰਨ ਕਰਨਾ ਪਊਗਾ ਤੇ ਕਢਾਉਣ ਵਾਲਾ ਵੀ, ਪਾਉਣ ਵਾਲੇ ਦੇ ਵਿੱਚ ਜਦੋਂ ਪਾਉਣਾ ਉਹਨੂੰ ਵੀ ਸੁੰਨ ਕਰਨਾ ਪਊਗਾ। ਇੱਕ ਜ਼ਿੰਦਗੀ ਦਾ ਆਪਰੇਸ਼ਨ ਹੋ ਰਿਹਾ, ਸਾਡੀ ਜ਼ਿੰਦਗੀ ਦਾ, ਸਾਡੇ ਸਰੀਰ ਦਾ। ਇੱਕ ਸਰੀਰ ਦੇ ਵਿੱਚੋਂ ਆਤਮਾ ਕੱਢ ਕੇ ਹੁਣ ਨਵੇਂ ਸਰੀਰ ਵਿੱਚ ਪਾਉਣੀ ਹੈ। ਜਿਹੜੇ ਸਰੀਰ ਵਿੱਚੋਂ ਆਤਮਾ ਕੱਢਣੀ ਹੈ ਉਹਨੂੰ ਵੀ ਸੁੰਨ ਕਰਨ ਦੀ ਲੋੜ ਹੈ, ਤੇ ਜਿਹੜੇ ਵਿੱਚ ਪਾਉਣੀ ਹੈ ਉਹ ਵੈਸੀ ਸੁੰਨ ਹੈ। ਮਾਤਾ ਦੇ ਔਰ ਪੇਟ ਦੇ ਵਿੱਚ ਉਹ ਸੁੰਨ ਹੈ। ਜਿਵੇਂ ਆਪਾਂ ਕਿਸੇ ਦੇ ਸਰੀਰ ਵਿੱਚੋਂ ਅੱਖਾਂ ਕੱਢਣੀਆਂ ਨੇ, ਅੱਖਾਂ ਕੱਢਣ ਵੇਲੇ ਬੰਦਾ ਸੁੰਨ ਕੀਤਾ ਜਾਂਦਾ, ਅੰਗ ਕੱਢਣ ਵੇਲੇ ਬੰਦਾ ਸੁੰਨ ਕੀਤਾ ਜਾਂਦਾ, ਜਦੋਂ ਦੂਸਰੇ ਦੇ ਵਿੱਚ ਪਾਉਣੀ ਹੈ ਉਦੋਂ ਵੀ ਸੁੰਨ ਕੀਤਾ ਜਾਂਦਾ। ਬਸ ਇਹੀ ਤਰੀਕਾ ਹੈ ਕਿ ਬੰਦੇ ਨੂੰ ਇਹ ਢੰਗ, ਇਹ ਤਰੀਕਾ ਆਇਆ ਨਹੀਂ। ਆਇਆ ਕਿਉਂ ਨਹੀਂ? ਕਿਉਂਕਿ ਵਿਸ਼ਵਾਸ ਨਹੀਂ, ਸ਼ਰਧਾ ਨਹੀਂ, ਭਰੋਸਾ ਨਹੀਂ ਹੈਗਾ, ਤਾਂ ਨਹੀਂ ਆਇਆ। ਜੇ ਵਿਸ਼ਵਾਸ ਹੋਵੇ, ਸ਼ਰਧਾ ਹੋਵੇ, ਭਰੋਸਾ ਹੋਵੇ ਤਾਂ ਇਹ ਤਰੀਕਾ ਆ ਵੀ ਜਾਵੇ, ਪਰ ਨਹੀਂ, ਇੰਨਾ ਛੇਤੀ ਆਉਣ ਵਾਲਾ ਨਹੀਂ ਹੈਗਾ। ਇਸ ਕਰਕੇ ਪਿਆਰਿਓ, ਜਦੋਂ ਕਹਿੰਦੇ ਇਹ ਤਰੀਕਾ, ਇਹ ਢੰਗ ਆਪਣੇ ਆਪ ਨਹੀਂ ਆਉਂਦਾ, ਇਹ ਗਿਆਨ ਦੀਆਂ ਕਿਤਾਬਾਂ ਪੜ੍ਹ ਕੇ ਨਹੀਂ ਆਉਂਦਾ, ਇਹ ਬਹੁਤਾ ਗਿਆਨੀ ਬਣ ਕੇ ਨਹੀਂ ਆਉਂਦਾ, ਇਹ ਢੰਗ, ਇਹ ਤਰੀਕਾ ਸਿੱਖ ਕੇ ਨਹੀਂ ਆਉਂਦਾ। ਨਾ ਨਾ ਨਾ, ਹੋਰ ਕਿਵੇਂ ਆਉਂਦਾ? ਇਹ ਤਰੀਕਾ, ਇਹ ਢੰਗ ਅਸਲ ਵਿੱਚ ਆਉਂਦਾ ਹੀ ਨਹੀਂ ਕਿਸੇ ਨੂੰ ਇੱਦਾਂ ਜਾਣਦਾ। ਕਿਉਂਕਿ ਅਸੀਂ ਦੁਨੀਆ ਦੇ ਵਿੱਚ ਗਿਆਨੀ ਬਣ ਸਕਦੇ ਹਾਂ ਗਿਆਨ ਦੀਆਂ ਕਿਤਾਬਾਂ ਪੜ੍ਹ ਕੇ, ਬਹੁਤ ਕੁਛ ਕਰਕੇ, ਪਰ ਇਹ ਜਿਹੜਾ ਸਿਲਸਿਲਾ ਹੈ, ਇਹ ਵਿਚਾਰ ਹੈ, ਇਹ ਕਿਸੇ ਦੀ ਸਿਖਾਈ ਹੋਈ, ਸਿੱਖੀ ਹੋਈ ਨਹੀਂ ਆਉਂਦੀ। ਬਸ ਇੱਕੋ ਹੀ ਗੱਲ ਬੰਦੇ ਦੇ ਅੰਦਰ ਹੋਵੇ ਕਿ ਗੁਰਬਾਣੀ ਤੇ ਰੱਬ ਤੇ ਵਿਸ਼ਵਾਸ ਹੋਵੇ, ਭਰੋਸਾ ਹੋਵੇ, ਤੇ ਭਰੋਸੇ ਨਾਲ ਨਾਮ ਜਪੇ, ਸਿਮਰਨ ਕਰੇ,
विश्वास रखे। ਜਦੋਂ विश्वास होया, भरोसा होया, तो पहली स्टेज, दूजी स्टेज, पहली स्टेज बंदे दी है कर्म करन दी। कर्म की करना है? रसना दे नाल वाहिगुरू वाहिगुरू करना, रब दा नाम जपना, कन्ना दे नाल कर्म करना, सुनना। दूसरी स्टेज अनाहद शब्द सुनन दी। और इसे तरह ਜਦੋਂ ਇੱਦਾਂ ਹੁੰਦਾ ਹੋਇਆ ਮਨੁੱਖ ਆਪਣੀਆਂ ਸਟੇਜਾਂ ਸਰ ਕਰਦਾ ਹੈ, ਇਹ ਜਿਹੜਾ ਕਰਦਾ ਉਸੇ ਨੂੰ ਪਤਾ, ਹਰ ਇੱਕ ਨੂੰ ਨਹੀਂ। ਇਹ ਨਹੀਂ ਹੈਗਾ ਕਿ ਇਹ ਸਿਖਾਈਆਂ ਹੋਈਆਂ ਠੀਕ ਹੈ, ਅਸੀਂ ਕੋਈ ਸ਼ਬਦ ਸਿਖਾਏ ਹੋਏ ਬੋਲ ਸਕਦੇ ਹਾਂ, ਸੁਣ ਕੇ ਬੋਲ ਸਕਦੇ ਹਾਂ, ਸਿਖਾ ਕੇ ਸਿੱਖ ਕੇ ਬੋਲ ਸਕਦੇ ਹਾਂ, ਪਰ ਸਟੇਜਾਂ ਸਿੱਖੀਆਂ ਸਿਖਾਈਆਂ ਨਹੀਂ ਜਾ ਸਕਦੀਆਂ। ਇਹ ਵਿਸ਼ਵਾਸ ਹੋਵੇ, ਭਰੋਸਾ ਹੋਵੇ, ਫੇਰ ਆਉਂਦੀਆਂ ਨੇ ਆਪਣੇ ਆਪ। ਹਾਂ, ਦੱਸਣ ਵਾਲੇ ਦਾ ਇੰਨਾ ਕੁ ਧੰਨਵਾਦ ਜ਼ਰੂਰ ਹੁੰਦਾ ਹੈ ਕਿ ਜਿਵੇਂ ਅਸੀਂ ਦੱਸ ਦਿੱਤਾ, ਭਾਈ ਫਲਾਨਾ ਅੱਡਾ ਇੱਦਾਂ ਦਾ ਹੈ, ਫਲਾਨਾ ਇੱਦਾਂ ਦਾ ਹੈ, ਫਲਾਨਾ ਇੱਦਾਂ ਦਾ ਹੈ, ਬੰਦੇ ਨੂੰ ਮਾੜਾ ਮੋਟਾ ਅੰਦਰ ਵਿਸ਼ਵਾਸ ਹੋ ਜਾਂਦਾ ਵੀ ਆਹ ਮੈਂ ਸੁਣਿਆ ਸੀ ਸਤਿਗੁਰਾਂ ਦੀ ਬਾਣੀ ਵਿੱਚੋਂ, ਸਤਿਪੁਰਸ਼ਾਂ ਨੇ ਸੁਣਾਇਆ ਸੀ ਅਤੇ ਇਹ ਬਾਕੀ ਠੀਕ ਹੈ। ਜੋ ਚੀਜ਼ ਮੈਂ ਸੁਣੀ ਸੀ, ਫਲਾਣੇ ਨੇ ਸੁਣਾਈ ਸੀ, ਉਹ ਮੇਰੇ ਨਾਲ ਹੋ ਗਈ, ਮਾਲਕ ਦੀ ਕਿਰਪਾ ਹੋ ਗਈ, ਚੜ੍ਹਦੀ ਕਲਾ ਹੋ ਗਈ। ਇਸ ਕਰਕੇ ਸਤਿਗੁਰੂ ਮਾਲਕ ਕਿਰਪਾ ਕਰ ਰਹੇ ਹਨ ਕਿ ਜਦੋਂ ਬੰਦਾ ਇੱਦਾਂ ਸਟੇਜ 'ਤੇ ਪਹੁੰਚਦਾ ਨਾ, ਮਾਲਕ ਦੀ ਵਾਹਿਗੁਰੂ ਦੀ ਕਿਰਪਾ ਨਾਲ, ਸਤਿਗੁਰੂ ਦੀ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਤਾਂ ਫਿਰ ਸ਼ਾਹ ਹੋਆ ਅੰਦਰ ਜਿਹੜਾ ਅਗਿਆਨ ਹੈ ਉਹ ਖਤਮ ਹੁੰਦਾ ਹੈ। ਅੱਗੇ ਅਗਿਆਨ ਆਉਂਦਾ ਹੈ, ਹਨੇਰਾ ਆਉਂਦਾ, ਮੌਤ ਆਉਂਦੀ ਹੈ। ਜਦੋਂ ਉਹ ਆਉਂਦੀ ਹੈ ਤਾਂ ਬੰਦਾ ਆਪਣੇ ਆਪ ਵਿੱਚ, ਕਹਿੰਦੇ ਮਨੁੱਖ ਦੇ ਅੰਦਰੋਂ ਮਾਲਕ ਦੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਨਿਕਲਦੀ ਹੈ ਸੁਣ ਵਿੱਚੋਂ। ਉਹ ਅਰਦਾਸ ਦੇ ਦੁਆਰਾ ਆਪਣੇ ਅਗਿਆਨ ਦਾ ਨਾਸ ਕਰਕੇ, ਮੌਤ ਤੋਂ ਨਿਰਭੈ ਹੋ ਕੇ ਪਰਮਾਤਮਾ ਦੇ ਵਿੱਚ, ਵਾਹਿਗੁਰੂ ਦੇ ਵਿੱਚ ਮਨੁੱਖ ਲੀਨ ਹੁੰਦਾ ਹੈ ਸਤਿਗੁਰਾਂ ਦੀ ਕਿਰਪਾ ਨਾਲ। ਉੱਥੇ ਕੁਝ ਨਹੀਂ ਪਤਾ, ਉੱਥੋਂ ਦੀਆਂ ਗੱਲਾਂ ਉਸੇ ਨੂੰ ਪਤਾ ਜਿਹਦੇ ਨਾਲ ਇਹ ਵਾਪਰਦੀਆਂ ਹਨ। ਦਾਸ ਨੇ ਪਹਿਲੀ ਬੇਨਤੀ ਕਰ ਚੁੱਕਿਆ ਕਿ ਇਹ ਸਿਖਾਈਆਂ ਨਹੀਂ ਜਾ ਸਕਦੀਆਂ, ਇਹ ਸਿੱਖੀਆਂ ਨਹੀਂ ਜਾ ਸਕਦੀਆਂ। ਇਹਨਾਂ 'ਤੇ ਵਿਸ਼ਵਾਸ ਹੋਣਾ, ਭਰੋਸਾ ਹੋਣਾ, ਸ਼ਰਧਾ ਹੋਣੀ ਜ਼ਰੂਰੀ ਹੈ। ਇਸ ਕਰਕੇ ਪਿਆਰਿਓ, ਸਤਿਗੁਰੂ ਮਾਲਕ ਨੇ ਕਿਰਪਾ ਕੀਤੀ ਹੈ। ਫਿਰ ਸਿਆਹੋ ਹੋਆ, ਸਿਆਹ ਭਾਵ ਕਾਲਾ, ਸਿਆਹ ਭਾਵ ਮੌਤ, ਮੌਤ ਦਾ ਰੰਗ ਕਾਲਾ ਹੁੰਦਾ। ਜਦੋਂ ਇਹ ਆਉਂਦਾ ਅੱਗੇ ਤਾਂ ਹਨੇਰੇ ਵਿੱਚੋਂ ਦੀ ਮਨੁੱਖ ਲੰਘਦਾ ਹੋਇਆ ਸੂਖਸ਼ਮ ਰੂਪ ਦੇ ਵਿੱਚੋਂ, ਅਤੇ ਸੇਤ ਭਾਵ ਅੱਗੇ ਪ੍ਰਕਾਸ਼ ਆਉਂਦਾ। ਮਾਲਕ ਦੀ, ਰੱਬ ਦੀ ਕਿਰਪਾ ਹੁੰਦੀ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ। ਫਿਰ ਉਹ ਇੱਕ ਬੂੰਦ ਸਮੁੰਦਰ ਦਾ ਰੂਪ ਹੁੰਦੀ ਹੈ, ਮਾਲਕ ਦੇ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੀ ਹੈ। ਸਦਾ ਲਈ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ ਸਤਿਗੁਰੂ ਦੀ ਮਾਲਕ ਦੀ ਕਿਰਪਾ ਨਾਲ। ਇਸ ਕਰਕੇ ਸਤਿਗੁਰੂ ਮਾਲਕ ਕਿਰਪਾ ਕਰਨ ਪਿਆਰਿਓ। ਇੱਦਾਂ ਦੀ ਅਵਸਥਾ, ਇੱਦਾਂ ਦਾ ਜਪ ਤਪ ਸਿਮਰਨ ਸੇਵਾ ਸਭ ਦੀ ਝੋਲੀ ਵਿੱਚ ਪਵੇ। ਸਤਿਗੁਰੂ ਮਾਲਕ ਕਿਰਪਾ ਕਰਨ, ਨਾਮ ਦੀ ਦਾਤ, ਸੇਵਾ ਦੀ ਦਾਤ, ਸਿਮਰਨ ਦੀ ਦਾਤ, ਵਿਸ਼ਵਾਸ ਭਰੋਸਾ ਬਖਸ਼ਿਸ਼ ਕਰਨ। ਔਰ ਕਿਉਂਕਿ ਇਹ ਆਪਣੇ ਆਪ ਕੁਝ ਨਹੀਂ ਬਣਦਾ, ਮਾਲਕ ਵਾਹਿਗੁਰੂ ਜਦੋਂ ਕਿਰਪਾ ਕਰਦਾ ਹੈ ਉਦੋਂ ਕਮਲਿਆਂ ਨੂੰ, ਬੌਲਿਆਂ ਨੂੰ, ਅਗਿਆਨੀਆਂ ਨੂੰ ਗਿਆਨੀ ਬਣਾ ਦਿੰਦਾ, ਗਿਆਨੀਆਂ ਨੂੰ ਅਗਿਆਨੀ ਬਣਾ ਦਿੰਦਾ, ਮਾੜਿਆਂ ਨੂੰ ਚੰਗੇ ਬਣਾ ਦਿੰਦਾ, ਚੰਗਿਆਂ ਨੂੰ ਮਾੜੇ ਬਣਾ ਦਿੰਦਾ, ਉੱਚਿਆਂ ਨੂੰ ਨੀਵੇਂ ਕਰ ਦਿੰਦਾ, ਨੀਵਿਆਂ ਨੂੰ ਉੱਚੇ ਕਰ ਦਿੰਦਾ। ਇਹ ਉਹਦਾ ਕੰਮ ਹੈ। ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕਰ ਰਿਹਾ ਸੀ ਦਾਸ, ਭਾ ਦੋਏ ਭਰਮ ਭੁਲਾਣੀਆ, ਦੂਜਾ ਲੱਗਾ ਹੇਤ।
ਭਾਦਰੋਂ ਦੇ ਮਹੀਨੇ ਦੁਆਰਾ ਮਹਾਰਾਜ 'ਚ ਪਾਤਸ਼ਾਹ ਜੀ ਕਹਿੰਦੇ ਹਨ, ਦੋ ਭਾਗ ਦੇ ਵਿੱਚ ਬੰਦਾ ਉਲਝਿਆ ਹੋਇਆ ਹੈ। ਇੱਕ ਤਾਂ ਬੰਦਾ ਪਿੱਛੇ ਦੀ ਬੜੀ ਸੋਚਦਾ, ਬੀਤਿਆ ਹੋਇਆ ਸਮਾਂ ਯਾਦ ਕਰਦਾ ਰਹਿੰਦਾ। ਕਹਿੰਦੇ ਬੀਤੇ ਹੋਏ ਸਮੇਂ ਦੀ ਯਾਦ ਹੁੰਦੀ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਹੁੰਦੀ ਹੈ। ਸੰਤ ਮਸਕੀਨ ਜੀਆਂ ਨੇ ਦੱਸਿਆ ਹੈ, ਉਹ ਕਹਿੰਦੇ ਬੰਦਾ ਅੱਗੇ ਜਾਂ ਪਿੱਛੇ ਵਰਤਮਾਨ ਸਮੇਂ 'ਚ ਨਹੀਂ ਆਉਂਦਾ, ਅਤੇ ਜਿੱਦਾਂ ਵਰਤਮਾਨ ਸਮੇਂ ਦੇ ਵਿੱਚ ਆ ਜਾਂਦਾ ਉਦਾਂ ਹੀ ਰੱਬ ਦਾ ਰੂਪ ਹੋ ਜਾਂਦਾ, ਮਾਲਕ ਦੀ ਕਿਰਪਾ ਹੋ ਜਾਂਦੀ ਹੈ। ਪਿਛਲੇ ਬੀਤੇ ਹੋਏ ਸਮੇਂ ਦੀ ਯਾਦ ਬੰਦੇ ਦੇ ਯਾਦ ਆਉਂਦੀ ਰਹਿੰਦੀ ਹੈ। ਬੰਦਾ ਕਹਿੰਦਾ ਫਲਾਣੇ ਟਾਈਮ ਵਿੱਚ ਮੈਂ ਬੜਾ ਦੁਖੀ ਹੋਇਆ, ਬੜੇ ਦੁੱਖ ਭੋਗੇ, ਯਾਦ ਹੈ। ਬੰਦੇ ਦੇ ਅੰਦਰ ਸੁੱਖਾਂ ਦੀ ਯਾਦ ਆਉਂਦੀ ਹੈ, ਫਲਾਣੇ ਟਾਈਮ ਵਿੱਚ ਮੈਂ ਬੜਾ ਸੌਖਾ ਸੀ, ਰੱਬ ਦੀ ਬੜੀ ਕਿਰਪਾ ਸੀ, ਵੱਡੀਆਂ ਕੋਠੀਆਂ ਸਨ, ਮੋਟਰਸਾਈਕਲ ਜੀਪਾਂ ਕਾਰਾਂ ਸਨ, ਬੜੀ ਜ਼ਮੀਨ ਜਾਇਦਾਦ ਸੀ, ਸੁੱਖ ਯਾਦ ਆ ਰਹੇ ਹੈ। ਇਹ ਦੋ ਤਰ੍ਹਾਂ ਦੀ ਯਾਦ ਬੰਦੇ ਨਾਲ ਜੁੜੀ ਹੋਈ ਹੈ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੀ ਚਿੰਤਾ ਜੁੜੀ ਹੋਈ ਹੈ ਬੰਦੇ ਦੇ ਨਾਲ। ਕਹਿੰਦੇ ਆਉਣ ਵਾਲੇ ਸਮੇਂ ਦੀ ਚਿੰਤਾ ਇਸ ਕਰਕੇ ਹੈ ਵੀ ਬੰਦਾ ਸੋਚਦਾ ਹੈ ਜੋ ਮੈਂ ਚਾਹੁੰਦਾ ਉਹ ਹੋਵੇ, ਪਰ ਅੰਦਰ ਚਿੰਤਾ ਬਣੀ ਹੋਈ ਹੈ, ਜੇ ਕਿਤੇ ਨਾ ਹੋਇਆ ਫੇਰ ਅੰਦਰ ਚਿੰਤਾ। ਦੂਸਰੀ ਚਿੰਤਾ ਇਹ ਹੈ ਬੰਦੇ ਨੂੰ, ਜੋ ਮੈਂ ਨਹੀਂ ਚਾਹੁੰਦਾ ਉਹ ਨਾ ਹੋਵੇ, ਪਰ ਬੰਦਾ ਅੰਦਰ ਚਿੰਤਾ ਗ੍ਰਸਤ ਹੈ ਕਿ ਜੇ ਹੋ ਗਿਆ, ਜੇ ਨਾ ਹੋਇਆ ਫੇਰ ਕੀ ਕਰਾਂਗੇ। ਚਿੰਤਾ, ਜੋ ਮੈਂ ਚਾਹੁੰਦਾ ਉਹ ਨਾ ਹੋਵੇ, ਪਰ ਅੰਦਰ ਚਿੰਤਾ ਬਣੀ ਹੋਈ ਹੈ ਕਿਤੇ ਹੋ ਨਾ ਜਾਵੇ। ਪਰ ਰੱਬ ਦੇ ਪਿਆਰੇ ਕਹਿੰਦੇ ਹਨ, ਸੰਤ ਮਸਕੀਨ ਜੀਆਂ ਨੇ ਆਪਣੀ ਰਸਨਾ ਦੁਆਰਾ ਇਹ ਬਚਨ ਕੀਤੇ ਹੈ ਕਿ ਬੰਦਾ ਦੋਨਾਂ ਦੇ ਵਿੱਚੋਂ ਨਿਕਲ ਕੇ, ਚਿੰਤਾ ਦੇ ਵਿੱਚੋਂ ਨਿਕਲ ਕੇ, ਯਾਦ ਵਿੱਚੋਂ ਨਿਕਲ ਕੇ ਵਰਤਮਾਨ ਸਮੇਂ ਦੇ ਵਿੱਚ ਆ ਜਾਵੇ। ਵਰਤਮਾਨ ਸਮਾਂ ਕੀ ਹੈ? ਇੱਕ ਸਵਾਸ। ਇੱਕ ਸਵਾਸ ਉਹ ਕੀ ਹੈ? ਜਿਹੜਾ ਸਾਡੇ ਅੰਦਰ ਇੱਕ ਸਵਾਸ ਆ ਰਿਹਾ, ਬਸ ਇਹੀ ਸਵਾਸ ਸਾਡੀ ਜ਼ਿੰਦਗੀ ਹੈ, ਇਹੀ ਸਵਾਸ ਸਾਡੀ ਜਿੰਦ ਜਾਨ ਹੈ। ਉਹ ਬਾਲੇ ਮਰਦਾਨੇ ਨੇ ਕਹਿੰਦੇ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਪੁੱਛਿਆ ਸੀ, ਪਹਿਲਾਂ ਮਹਾਰਾਜ 'ਚ ਪਾਤਸ਼ਾਹ ਨੇ ਸਵਾਲ ਕੀਤਾ। ਮਹਾਰਾਜ 'ਚ ਪਾਤਸ਼ਾਹ ਕਹਿੰਦੇ, ਮਰਦਾਨਿਆਂ ਦੱਸ ਤੈਨੂੰ ਵਿਸ਼ਵਾਸ ਕਿੰਨਾ ਕੁ ਹੈ ਆਪਣੇ ਸਵਾਸਾਂ 'ਤੇ? ਕਹਿੰਦੇ ਜੀ ਇੰਨਾ ਕੁ ਹੈ, 5-10 ਸਵਾਸ। ਕਹਿੰਦੇ ਬਸ? ਕਹਿੰਦੇ ਹਾਂ ਜੀ, ਇੰਨਾ ਕੁ ਵਿਸ਼ਵਾਸ ਵੀ ਤਾਂ ਕਰਕੇ ਤੁਹਾਡੇ ਨਾਲ ਰਹਿੰਦੇ ਆ। ਜਦੋਂ ਦੋਨਾਂ ਨੂੰ ਸਵਾਲ ਪੁੱਛਿਆ ਤਾਂ ਉਹੀ ਸਵਾਲ ਮਹਾਰਾਜ 'ਤੇ ਕਰਤਾ। ਕਹਿੰਦੇ ਮਹਾਰਾਜ ਤੁਹਾਨੂੰ ਸਵਾਸ ਕਿੰਨਾ ਕੁ ਭਰੋਸਾ ਆਪਣੇ ਸਵਾਸਾਂ 'ਤੇ? ਪਾਤਸ਼ਾਹ ਕਹਿੰਦੇ, ਗੁਰੂ ਨਾਨਕ ਦੇਵ ਮਹਾਰਾਜ 'ਚ ਪਾਤਸ਼ਾਹ ਜੀ ਕਹਿੰਦੇ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਇੱਕ ਦਮ ਦੇ ਆਦਮੀ ਆ, ਦਮ ਆ ਗਿਆ ਆਦਮੀ ਆ, ਮਨੁੱਖਾਂ, ਨਾ ਆਇਆ ਤਾਂ ਮੁਰਦਾ, ਸਰੀਰ ਖਤਮ। ਕਹਿਣ ਤੋਂ ਭਾਵ ਹੈ ਇੱਕਦਮ ਇੱਕ ਸਵਾਸ ਜਿਹੜਾ ਸਾਡੇ ਅੰਦਰੋਂ ਆ ਰਿਹਾ ਹੈ, ਬਸ ਇਹੀ ਸਾਡੀ ਜ਼ਿੰਦਗੀ ਹੈ। ਜੇ ਇਸ ਸਵਾਸ ਦੇ ਵਿੱਚ ਆ ਗਏ ਤਾਂ ਮਾਲਕ ਦੀ ਕਿਰਪਾ ਹੋ ਗਈ, ਵਿਸ਼ਵਾਸ ਬਣ ਗਿਆ, ਸ਼ਰਧਾ ਬਣ ਗਈ, ਰੱਬ ਦਾ ਰੂਪ। ਨਾ ਆਏ ਤਾਂ ਸਮਝ ਲਓ ਅਸੀਂ ਜਾਂ ਤਾਂ ਬੀਤੇ ਹੋਏ ਸਮੇਂ ਵਿੱਚ ਹਾਂ ਅਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹਾਂ, ਅਸੀਂ ਵਰਤਮਾਨ ਸਮੇਂ ਵਿੱਚ ਨਹੀਂ ਹੋ ਸਕਦੇ। ਅਤੇ ਮਾਲਕ ਦੀ ਵਾਹਿਗੁਰੂ ਦੀ ਖੇਡ ਵਰਤਦੀ ਹੈ ਵਰਤਮਾਨ ਸਮੇਂ ਵਿੱਚ, ਨਾ ਬੀਤੇ ਹੋਏ ਸਮੇਂ ਦੀ ਗੱਲ, ਨਾ ਆਉਣ ਵਾਲੇ ਸਮੇਂ ਦੀ ਗੱਲ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਭਾ ਦੋਏ ਭਰਮ ਭੁਲਾਣੀ ਆ, ਦੂਜਾ ਲੱਗਾ ਹੇਤ। ਦੂਜਿਆਂ ਦੇ ਨਾਲ ਦਵੈਤ ਵਿੱਚ, ਹੰਕਾਰ ਵਿੱਚ, ਲੋਭ ਵਿੱਚ, ਦਵੈਤ ਭਾਵਨਾ ਦੇ ਵਿੱਚ ਸਾਡਾ ਹੇਤ ਪਿਆਰ ਲੱਗਿਆ ਹੋਇਆ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਲੱਖਾਂ ਸ਼ਿੰਗਾਰ ਬਣਾ ਲਿਆ ਪਰ ਕਾਰਜ ਨਾਹੀ ਕੇਤ। ਮੁਕਤੀ ਦਾ ਕਾਰਜ ਜਿਹੜਾ ਔਰ ਅਸੀਂ ਕਰਨ ਵਾਸਤੇ ਆਏ ਹਾਂ ਉਹ ਸਾਡਾ ਰਾਸ ਨਹੀਂ ਹੋਇਆ। ਇਸ ਕਰਕੇ ਇੱਦਾਂ ਕਰਦਿਆਂ ਜਿਤ ਦਿਨ ਦੇਹ ਬੇਨਸ ਸੀ, ਤਿਤ ਵੇਲਾ ਕਹਿਸਨ ਪ੍ਰੇਤ। ਬੰਦਾ ਕੰਮ ਕਰਦਾ ਜ਼ਿੰਦਗੀ ਬਤੀਤ ਕਰ ਲੈਂਦਾ। ਜਿੰਨੇ ਜ਼ਿੰਦਗੀ ਬਤੀਤ ਹੁੰਦੀ ਹੈ ਦੇਹ ਬਿਨਸ ਸੀ,
ਭਾਵ ਖਤਮ ਹੋ ਗਈ, ਮਰ ਗਈ। ਉਸੇ ਵੇਲੇ ਪ੍ਰੇਤ ਕਹਿੰਦੇ ਆ ਮਨੁੱਖ ਨੂੰ, ਇਹ ਤਾਂ ਔਰ ਡਰਦੇ ਆ ਜਿਹੜੇ ਪਿਤਾ ਨਾਲ ਭਾਈ ਨਾਲ ਜੱਫੀਆਂ ਪਾਈਆਂ, ਇਕੱਠੇ ਰਹਿ ਬੈਠ ਕੇ ਜ਼ਿੰਦਗੀ ਬਤੀਤ ਕੀਤੀ, ਉਸੇ ਤੋਂ ਡਰ ਗਏ। ਪਾਕੜ ਚਲਾਏ ਅਨ ਦੂਤ ਜਮ, ਕਿਸੇ ਨਾ ਦੇਨੀ ਭੇਤ। ਕਹਿੰਦੇ ਜਿਹੜੇ ਮਾਤਾ ਪਿਤਾ, ਬੱਚੇ ਬੱਚੀਆਂ, ਭੈਣ ਭਾਈ ਨਬਜ਼ਾਂ ਹੱਥ ਵਿੱਚ ਫੜ ਕੇ ਬੈਠੇ ਹੋਏ ਸਨ ਕਿ ਇਹ ਸਾਡਾ ਪਿਤਾ ਹੈ, ਸਾਡੀ ਮਾਂ ਹੈ, ਸਾਡਾ ਦਾਦਾ ਹੈ, ਸਾਡਾ ਬਾਬਾ ਹੈ, ਜਦੋਂ ਉਹਦੀ ਆਤਮਾ ਕੱਢੀ ਤਾਂ ਕਿਸੇ ਨੂੰ ਭੇਤ ਨਹੀਂ ਦਿੱਤਾ ਕਿ ਕਿੱਥੋਂ ਦੀ ਕੱਢ ਕੇ ਲੈ ਗਏ, ਕੀ ਹੋ ਗਿਆ, ਕਿੱਧਰ ਲੈ ਗਏ। ਛੱਡ ਖੜੋਤੇ ਖਿਨਾ ਮਾਹੇ, ਜਿਨ ਸਿਉ ਲੱਗਾ ਹੇਤ। ਜਿਹਦੇ ਨਾਲ ਬੜਾ ਪਿਆਰ ਕੀਤਾ, ਪ੍ਰੇਮ ਕੀਤਾ, ਬੜੇ ਜ਼ਿੰਦਗੀ ਦੇ ਦਿਨ ਬਤੀਤ ਕੀਤੇ, ਇੱਕ ਛਿੰਨ ਦੇ ਵਿੱਚ ਛੱਡ ਕੇ ਖੜ ਗਏ, ਪਰਾਇਆ ਹੋ ਗਿਆ। ਹੱਥ ਮਰੋੜਾ ਤਨ ਕਪੇ, ਸਿਆਹੋ ਹੋ ਹੋਆ ਸੇਤ। ਮਰਦੇ ਦਮ ਤੱਕ ਬੰਦਾ ਕੁਝ ਨਹੀਂ ਗੌਲਦਾ ਮੌਤ ਨੂੰ, ਪਰ ਜਦੋਂ ਆਉਂਦੀ ਹੈ ਨਾ ਫਿਰ ਸਾਰੇ ਹਿਸਾਬ ਕਿਤਾਬ ਪੂਰੇ ਕਰ ਜਾਂਦੀ ਹੈ। ਬੰਦਾ ਕਾਲਾ ਹੁੰਦਾ, ਜਦੋਂ ਖੂਨ ਦਾ ਪਾਣੀ ਬਣ ਜਾਂਦਾ ਫਿਰ ਸੇਤ ਚਿੱਟਾ ਹੁੰਦਾ। ਇਹਦੇ ਦੋਨੇ ਅਰਥ ਆਪ ਜੀ ਨੂੰ ਮੈਂ ਸੁਣਾ ਦਿੱਤੇ ਆ ਪਹਿਲਾਂ। ਜਿਹਾ ਬੀਜੈ ਸੋ ਲਾਉਣਾ, ਕਰਮਾਂ ਸੰਦੜਾ ਖੇਤ। ਜਿਹੇ ਜਿਹਾ ਭਾਈ ਅਸੀਂ ਕਰਮਾਂ ਦੇ ਵਿੱਚ ਬੀਜਾਂਗੇ, ਉੱਦਾਂ ਦਾ ਵੱਢ ਲਾਂਗੇ। ਚੰਗਾ ਕਰਮ ਕਰਾਂਗੇ ਚੰਗਾ, ਮਾੜਾ ਕਰਾਂਗੇ ਮਾੜਾ, ਬੁਰਾ ਕਰਾਂਗੇ ਬੁਰਾ, ਭਲਾ ਕਰਾਂਗੇ ਭਲਾ। ਜੋ ਹੋਵੇਗਾ ਫਿਰ ਉਹ ਸਾਡੇ ਕਰਮਾਂ ਦੇ ਮੁਤਾਬਕ ਸਾਨੂੰ ਫਲ ਪ੍ਰਾਪਤ ਹੋਣਾ। ਨਾਨਕ ਪ੍ਰਭ ਸਰਨਾਗਤੀ, ਚਾਰਣ ਬੋਹਿਤ ਪ੍ਰਭ ਦੇਤ। ਸੇ ਪਾਦੋਏ ਨਰਕ ਨਾ ਪਾਈ ਹੈ, ਗੁਰ ਰੱਖਣ ਵਾਲਾ ਹੇਤ। ਆਓ ਪਿਆਰਿਓ, ਮਾਲਕ ਕਿਰਪਾ ਕਰੇ, ਸਾਰਿਆਂ ਦੇ ਸਿਰ ਤੇ ਹੱਥ ਰੱਖੇ, ਚੜ੍ਹਦੀ ਕਲਾ ਦਾ ਜੀਵਨ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰੇ। ਸਾਰੇ ਸਿੰਘਾਂ ਦਾ ਧੰਨਵਾਦ ਜਿਹੜੇ ਤੁਸੀਂ ਲਾਹਾ ਲੈਂਦੇ ਹੋ। ਸੰਗਤਾਂ ਦੇ ਸਿੰਘਾਂ ਦੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ, ਭਾਵੇਂ ਭਾਦਰੋਂ ਦੀ ਸੰਗਰਾਂਦ ਹਜੇ ਪਰਸੋਂ ਹੈ 16 ਤਰੀਕ ਦੀ, ਪਰ ਤੁਹਾਡਾ ਹੁਕਮ ਮੰਨਦੇ ਹੋਏ ਜਿੰਨੀ ਕੁ ਦਾਸ ਨੂੰ ਸੋਝੀ ਸੀ, ਗਿਆਨ ਦਿੱਤਾ ਮਾਲਕ ਨੇ, ਸਤਿਗੁਰਾਂ ਨੇ, ਉਹਨਾਂ ਕੁ ਮੈਂ ਆਪ ਜੀ ਦੇ ਨਾਲ ਸਾਂਝ ਪਾਈ ਹੈ। ਬਾਕੀ ਇਹਦੀਆਂ ਲੰਬੀਆਂ ਚੌੜੀਆਂ ਵਿਚਾਰਾਂ ਹੋਰ ਵੀ ਹੋ ਸਕਦੀਆਂ, ਪਰ ਆਪਾਂ ਨੇ ਸਮੇਂ ਨੂੰ ਵੀ ਮੁੱਖ ਰੱਖਣਾ, ਕਿਉਂਕਿ ਜਿੰਨਾ ਕੁ ਟਾਈਮ ਆਪ ਜੀ ਦਾ ਹੁਕਮ ਸੀ ਵੀ ਇੰਨੇ ਕੁ ਟਾਈਮ ਦੀ ਵੀਡੀਓ ਹੋਵੇ, ਉਨੀ ਕੁ ਆਪ ਜੀ ਦੇ ਨਾਲ ਮੈਂ ਸਾਂਝੀ ਕੀਤੀ ਹੈ। ਬਾਕੀ ਸਤਿਗੁਰੂ ਕਿਰਪਾ ਕਰਨ ਕਦੇ ਫੇਰ ਸਹੀ। ਸਾਰੇ ਸਿੰਘਾਂ ਦਾ ਧੰਨਵਾਦ। ਆਪ ਸੁਣੋ, ਅੱਗੇ ਆਪਣੇ ਸੰਗੀਆਂ ਸਾਥੀਆਂ ਦੋਸਤਾਂ ਮਿੱਤਰਾਂ ਨੂੰ ਸੁਣਾਓ, ਤਾਂ ਕਿ ਸਤਿਗੁਰਾਂ ਦੀ ਬਾਣੀ ਵੀ ਸ਼ੁੱਧ ਹੋ ਜਾਵੇ, ਅਰਥ ਵੀ ਆ ਜਾਣ, ਅਤੇ ਸਾਡਾ ਜੀਵਨ ਸੁਣ ਕੇ ਸੁਣਾ ਕੇ ਸਾਰਿਆਂ ਦਾ ਸਫਲ ਹੋ ਜਾਵੇ। ਜੇ ਕੋਈ ਭੁੱਲ ਰਹਿ ਜਾਵੇ ਤਾਂ ਆਪ ਸਿੰਘਾਂ ਤੋਂ, ਸਾਰੀਆਂ ਸੰਗਤਾਂ ਤੋਂ ਮਾਫੀ ਚਾਹੁੰਦੇ ਹਾਂ, ਭੁੱਲਾਂ ਦੀ ਖਿਮਾ ਕਰਨੀ। ਲਾਸਟ ਪੰਕਤੀਆਂ ਪੜ੍ਹ ਕੇ ਆਪਾਂ ਹੁਣ ਸਮਾਪਤੀ ਕਰੀਏ ਜੀ। ਨਾਨਕ ਪ੍ਰਭ ਸਰਨਾਗਤੀ, ਚਾਰਨ ਬੋਹਿਤ ਪ੍ਰਭ ਦੇਤ। ਸੇ ਭਾਦੋਇ ਨਰਕ ਨ ਪਾਈ ਹੈ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।